ਪਰ ਸਤਿਗੁਰੂ ਕਹਿੰਦੇ ਨੇ ਜੇ ਪ੍ਰਸਾਦ ਆ ਭੂਖਨ ਪਹਿਰੀ ਜਾਏ, ਜਿਸ ਵਾਹਿਗੁਰੂ ਦੀ ਕਿਰਪਾ ਦੇ ਨਾਲ ਪ੍ਰਤੱਖ ਵੀ ਤੂੰ ਆ ਭੂਖਨ ਗਹਿਣੇ ਪਹਿਨਦਾ ਹੈ ਤੇ ਜਿਹੜੇ ਸ਼ੁਭ ਗੁਣਾਂ ਦੇ ਗਹਿਣੇ ਨੇ ਇਹ ਵੀ ਵਾਹਿਗੁਰੂ ਦੀ ਕਿਰਪਾ ਦੇ ਨਾਲ ਹੀ ਪ੍ਰਾਪਤ ਹੁੰਦੇ ਹਨ। ਇਸੇ ਲਈ ਹਜ਼ੂਰ ਕਹਿੰਦੇ ਜਿਸ ਵਾਹਿਗੁਰੂ ਦੀ ਕਿਰਪਾ ਦੇ ਨਾਲ ਤੂੰ ਸੁੰਦਰ ਭੂਸ਼ਣ ਤੇ ਸੁੰਦਰ ਗਹਿਣੇ ਪਹਿਨਦਾ ਹੈ, ਮਨ ਤਿਸ ਸਿਮਰਤ ਕਿਉਂ ਆਲਸ ਕੀਜੈ। ਤੇ ਸਤਿਗੁਰੂ ਕਹਿੰਦੇ ਨੇ ਐ ਮਨਾ ਉਸ ਵਾਹਿਗੁਰੂ ਨੂੰ ਚੇਤੇ ਕਰਨ ਵੱਲੋਂ ਤੂੰ ਆਲਸ ਕਿਉਂ ਕਰਦਾ। ਜੇ ਤੂੰ ਗਹਿਣੇ ਵੀ ਪਾ ਲਏ ਨਹੀਂ ਤੇ ਵਾਹਿਗੁਰੂ ਨੂੰ ਭੁੱਲਣਾ, ਤੇ ਉਹਨਾਂ ਗਹਿਣਿਆਂ ਨੂੰ ਦੇਖ ਕੇ ਵੀ ਵਾਹਿਗੁਰੂ ਦੀ ਦਾਤ ਹੈ ਤੇ ਉਸ ਵਾਹਿਗੁਰੂ ਪਰਮੇਸ਼ਰ ਦਾ ਸਿਮਰਨ ਕਰਿਆ ਕਰ। ਜਿਹ ਪ੍ਰਸਾਦ ਅਸਵ ਹਸਤ ਅਸਵਾਰੇ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਵੇਖ ਜਿਸ ਵਾਹਿਗੁਰੂ ਦੀ ਕਿਰਪਾ ਦੇ ਨਾਲ ਅਸਵ ਦਾ ਅਰਥ ਹੈ ਘੋੜਿਆਂ ਦੀ ਅਸਵਾਰੀ ਕਰਦਾ ਹੈ ਤੇ ਹਸਤ ਹਾਥੀਆਂ ਦੀ ਅਸਵਾਰੀ ਕਰਦਾ ਹੈ। ਹਾਥੀ ਘੋੜੇ ਇਹ ਸਭ ਵਾਹਿਗੁਰੂ ਪਰਮੇਸ਼ਰ ਦੀਆਂ ਦਾਤਾਂ ਹਨ। ਮਨ ਤਿਸ ਪ੍ਰਭ ਕੋ ਕਬਹੂ ਨਾ ਬਿਸਾਰੇ। ਸਤਿਗੁਰੂ ਕਹਿੰਦੇ ਨੇ ਐ ਮਨਾ ਉਸ ਦਾਤੇ ਵਾਹਿਗੁਰੂ ਨੂੰ ਕਦੇ ਵੀ ਆਪਣੇ ਮਨ ਤੋਂ ਭੁਲਾ ਨਾ, ਜਿਹਦੀ ਕਿਰਪਾ ਦੇ ਨਾਲ ਸਾਰੇ ਸੁਖ ਮਾਣ ਰਿਹਾ ਹੈ। ਜਿਹ ਪ੍ਰਸਾਦ ਬਾਗ ਮਿਲਖ ਧਨਾ। ਲੋ ਹਜ਼ੂਰ ਕਹਿੰਦੇ ਨੇ ਜਿਸ ਵਾਹਿਗੁਰੂ ਦੀ ਕਿਰਪਾ ਦੇ ਨਾਲ ਸੋਹਣੇ ਬਾਗ ਬਗੀਚੇ ਮਿਲਖ ਜਗੀਰਾਂ ਤੇ ਤੂੰ ਧਨ ਦਾ ਵੀ ਮਾਲਕ ਬਣਿਆ ਹੋਇਆ ਹੈ। ਰਾਖ ਪਰੋਏ ਪ੍ਰਭ ਆਪਣੇ ਮਨਾ। ਐ ਮਨਾ ਤੂੰ ਉਸ ਸਰਵ ਸ਼ਕਤੀਮਾਨ ਦਾਤੇ ਵਾਹਿਗੁਰੂ ਨੂੰ ਹਮੇਸ਼ਾ ਲਈ ਆਪਣੇ ਮਨ ਵਿੱਚ ਪਰੋ ਕੇ ਰੱਖ। ਭਾਵ ਜਿਹੜੀ ਚੀਜ਼ ਨੂੰ ਪਰੋ ਕੇ ਰੱਖ ਲਿਆ ਜਾਵੇ ਉਹ ਕਦੇ ਫਿਰ ਭੁੱਲਦੀ ਨਹੀਂ ਹੈ। ਜਿਵੇਂ ਕੋਈ ਹੀਰੇ ਮੋਤੀਆਂ ਨੂੰ ਪਰੋ ਕੇ ਗਲ ਵਿੱਚ ਹਾਰ ਪਾ ਲਵੇ ਉਹ ਕਦੀ ਭੁੱਲਦਾ ਨਹੀਂ, ਇਸੇ ਤਰ੍ਹਾਂ ਤੂੰ ਹਰ ਵੇਲੇ ਸਿਮਰਨ ਦਾ ਹਾਰ ਪਰੋ ਕੇ ਗਲ ਵਿੱਚ ਪਾ ਕੇ ਰੱਖਿਆ ਕਰ। ਜਿਨ ਤੇਰੀ ਮਨ ਬਨਤ ਬਣਾਈ। ਲੋ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਐ ਮਨਾ ਜਿਸ ਵਾਹਿਗੁਰੂ ਨੇ ਤੇਰੀ ਬਣਤ ਬਣਾਈ ਹੈ। ਇਹ ਜਿਹੜਾ ਮਨ ਹੈ ਨਾ ਇਹ ਵੀ ਵਾਹਿਗੁਰੂ ਪਰਮੇਸ਼ਰ ਨੇ ਹੀ ਪੈਦਾ ਕੀਤਾ ਹੈ। ਵੇਦਾਂ ਵਿੱਚ ਸ਼ੁਰਤੀ ਆਉਂਦੀ ਹੈ ਤਤ ਮਨੋ ਕਰੂਅਤੀ, ਉਸ ਤਤ ਸਰੂਪ ਤੋਂ ਹੀ ਮਨ ਪੈਦਾ ਹੋਇਆ। ਇਸੇ ਲਈ ਤਾਂ ਸਤਿਗੁਰੂ ਨੇ ਆਖਿਆ ਹੈ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ, ਮਨ ਹਰ ਜੀ ਤੇਰਾ ਨਾਲ ਹੈ ਗੁਰਮਤੀ ਰੰਗ ਮਨ। ਹਜ਼ੂਰ ਕਹਿੰਦੇ ਨੇ ਐ ਮਨਾ ਜਿਹੜੀ ਤੇਰੀ ਵੀ ਬਣਤ ਹੈ ਉਸੇ ਵਾਹਿਗੁਰੂ ਪਰਮੇਸ਼ਰ ਨੇ ਬਣਾਈ ਹੈ। ਉਠਤ ਬੈਠਤ ਸਦ ਤਿਸ ਹੈ ਧਿਆਈ। ਇਸੇ ਲਈ ਉੱਠਦਿਆਂ ਵੀ ਬਹਿੰਦਿਆਂ ਵੀ ਹਰ ਵੇਲੇ ਉਸ ਮਾਲਕ ਦਾ ਸਿਮਰਨ ਕਰਿਆ ਕਰ। ਤਿਸ ਹੈ ਧਿਆਏ ਜੋ ਏਕ ਅਲਖ ਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਮਨਾ ਤੂੰ ਉਸ ਵਾਹਿਗੁਰੂ ਪਰਮੇਸ਼ਰ ਨੂੰ ਧਿਆ ਜੋ ਏਕ ਅਦਵੈਤ ਸਰੂਪ ਹੈ ਤੇ ਅਲਖ ਹੈ, ਬੁੱਧੀ ਕਰਕੇ ਅਲਖ ਹੈ। ਇਹਾ ਉਹਾ ਨਾਨਕ ਤੇਰੀ ਰਖੈ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਐ ਮਨਾ ਇਹਾ ਉਹਾ ਪੜਨਾਵੀ ਸ਼ਬਦ ਹਨ। ਇਹਨਾਂ ਦਾ ਅਰਥ ਹੈ ਲੋਕ ਤੇ ਪ੍ਰਲੋਕ ਵਿੱਚ ਉਹ ਵਾਹਿਗੁਰੂ ਤੇਰੀ ਪਤ ਰੱਖੇਗਾ। ਜਿਹ ਪ੍ਰਸਾਦ ਕਰੇ ਪੁੰਨ ਬਹੁ ਦਾਨ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਕਈ ਵਾਰੀ ਆਦਮੀ ਨੂੰ ਆਪਣੇ ਪੁੰਨਦਾਨ ਦਾ ਵੀ ਹੰਕਾਰ ਹੋ ਜਾਂਦਾ ਹੈ, ਬਈ ਮੈਂ ਇੰਨੀ ਸੇਵਾ ਕੀਤੀ ਹੈ, ਮੈਂ ਲੰਗਰ ਛਕਾਇਆ ਹੈ, ਮੈਂ ਅਖੰਡ ਪਾਠ ਕਰਵਾਇਆ ਹੈ ਜਾਂ ਕੋਈ ਮੈਂ ਹੋਰ ਪਰਉਪਕਾਰ ਕੀਤਾ ਹੈ। ਹਜ਼ੂਰ ਕਹਿੰਦੇ ਨੇ ਇਹ ਵੀ ਵਾਹਿਗੁਰੂ ਦੀ ਕਿਰਪਾ ਤੋਂ ਬਿਨਾਂ ਨਹੀਂ ਕੁਛ ਵੀ ਹੋ ਸਕਦਾ। ਬਿਨਾਂ ਹੁਕਮ ਨਾ ਝੂਲੇ ਪਾਤਾ ਸੋ ਹੋਵੇ ਜੋ ਕਰੇ ਵਿਦਾਤਾ। ਹਰ ਵੇਲੇ ਗੁਰਸਿੱਖ ਨੇ ਵਾਹਿਗੁਰੂ ਦੀ ਕਿਰਪਾ ਦੇ ਪਾਤਰ ਬਣਿਆ ਰਹਿਣਾ ਤਾਂ ਹੀ ਸੁੱਖ ਪ੍ਰਾਪਤ ਹੋ ਸਕਦਾ ਹੈ। ਹਜ਼ੂਰ ਕਹਿੰਦੇ ਨੇ ਜਿਸ ਵਾਹਿਗੁਰੂ ਦੀ ਕਿਰਪਾ ਦੇ ਨਾਲ ਤੂੰ ਬਹੁਤ ਸਾਰਾ ਪੁੰਨ ਦਾਨ ਕਰ ਰਿਹਾ ਹੈ। ਮਨ 8 ਪਹਿਰ ਕਰ ਤਿਸ ਕਾ ਧਿਆਨ। ਐ ਮਨ ਤੂੰ 8 ਪਹਿਰ ਹੀ ਉਸ ਮਾਲਕ ਦਾ ਧਿਆਨ ਕਰਿਆ ਕਰ। ਜਿਹ ਪ੍ਰਸਾਦ ਤੂੰ ਆਚਾਰ ਵਿਵਹਾਰੀ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਜਿਸ ਵਾਹਿਗੁਰੂ ਦੀ ਕਿਰਪਾ ਦੇ ਨਾਲ ਤੂੰ ਬਹੁਤ ਆਚਾਰ ਦਾ ਅਰਥ ਹੈ ਵੀ ਸ੍ਰੇਸ਼ਟਾਚਾਰ ਕਰ ਰਿਹਾ ਹੈ ਤੇ ਅਨੇਕਾਂ ਤਰ੍ਹਾਂ ਦੇ ਕਾਰ ਵਿਹਾਰ ਵੀ ਕਰ ਰਿਹਾ ਹੈ। ਇਹ ਵੀ ਤਾਂ ਵਾਹਿਗੁਰੂ ਦੀ ਕਿਰਪਾ ਦੇ ਨਾਲ ਹੀ ਸਭ ਕੁਝ ਹੋ ਰਿਹਾ ਹੈ। ਇਸ ਪ੍ਰਭ ਕੋ ਸਾਸ ਸਾਸ ਚਿਤਾਰੇ। ਤੇ ਤੂੰ ਸਰਵ ਸ਼ਕਤੀਮਾਨ ਅਕਾਲ ਪੁਰਖ ਵਾਹਿਗੁਰੂ ਨੂੰ ਸਵਾਸ ਸਵਾਸ ਅੰਦਰ ਚੇਤੇ ਕਰਿਆ ਕਰ। ਜਿਹ ਪ੍ਰਸਾਦ ਤੇਰਾ ਸੁੰਦਰ ਰੂਪ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਐ ਮਨਾ ਜਿਸ ਵਾਹਿਗੁਰੂ ਦੀ ਕਿਰਪਾ ਦੇ ਨਾਲ ਤੇਰਾ ਰੂਪ ਬਹੁਤ ਸੁੰਦਰ ਹੈ। ਕਿਉਂਕਿ ਹਰ ਮਨੁੱਖ ਨੂੰ ਆਪਣੇ ਸੁੰਦਰ ਰੂਪ ਦਾ ਵੀ ਮਾਣ ਹੋ ਜਾਂਦਾ ਹੈ ਤੇ ਪਰ ਸਤਿਗੁਰੂ ਕਹਿੰਦੇ ਕਦੇ ਮਾਣ ਨਹੀਂ ਕਰਨਾ।
ਆਪਣੇ ਸੁੰਦਰ ਰੂਪ ਨੂੰ ਦੇਖ ਕੇ ਵਾਹਿਗੁਰੂ ਦਾ ਸ਼ੁਕਰਾਨਾ ਕਰਨਾ ਹੈ। हे ਵਾਹਿਗੁਰੂ, ਤੇਰੀ ਕਿਰਪਾ ਹੈ। ਇਸੇ ਲਈ ਭਗਤ ਕਬੀਰ ਜੀ ਨੇ ਵੀ ਸਿੱਖਿਆ ਬਖਸ਼ੀ ਹੈ, ਕਬੀਰ ਗਰਵ ਨਾ ਕੀਜੀਐ ਦੇਹੀ ਦੇਖ ਸੁਰੰਗ, ਆਜ ਕਾਲ ਤਾ ਜਾਹੋਗੇ ਜੋ ਕਾਂਚਰੀ ਪੋਏ ਅੰਗ। ਆਪਣੇ ਦੇਹ ਦੇ ਸੁੰਦਰ ਰੂਪ ਨੂੰ ਦੇਖ ਕੇ ਕਦੇ ਭੁੱਲ ਕੇ ਵੀ ਹੰਕਾਰ ਨਹੀਂ ਕਰਨਾ ਚਾਹੀਦਾ, ਕਿਉਂਕਿ ਇਸ ਨੂੰ ਅੱਜ ਜਾਂ ਕੱਲ ਜੀਵ ਨੇ ਛੱਡ ਕੇ ਚਲੇ ਜਾਣਾ ਹੈ। ਜਿਵੇਂ ਸੱਪ ਆਪਣੀ ਕੁੰਜ ਨੂੰ ਲਾਹ ਕੇ ਚਲਿਆ ਜਾਂਦਾ ਹੈ, ਇੱਕ ਦਿਨ ਜੀਵ ਆਤਮਾ ਨੇ ਵੀ ਸਰੀਰ ਨੂੰ ਛੱਡ ਕੇ ਚਲੇ ਜਾਣਾ ਹੈ। ਇਸੇ ਲਈ ਹਜ਼ੂਰ ਕਹਿੰਦੇ ਨੇ ਵੀ ਜਿਸ ਵਾਹਿਗੁਰੂ ਦੀ ਕਿਰਪਾ ਦੇ ਨਾਲ ਤੇਰਾ ਬਹੁਤ ਸੁੰਦਰ ਰੂਪ ਹੈ, ਸੋ ਪ੍ਰਭ ਸਿਮਰਹੁ ਸਦਾ ਅਨੂਪ। ਤੇ ਤੂੰ ਅਨੂਪ ਜੋ ਉਪਮਾ ਤੋਂ ਰਹਿਤ ਭਾਵ ਬਹੁਤ ਹੀ ਸੁੰਦਰ ਜੋ ਅਕਾਲ ਪੁਰਖ ਵਾਹਿਗੁਰੂ ਹੈ, ਤੂੰ ਉਸ ਦਾ ਹਮੇਸ਼ਾ ਲਈ ਸਿਮਰਨ ਕਰਿਆ ਕਰ। ਅੱਗੇ ਚੱਲ ਕੇ ਵੀ ਸਤਿਗੁਰੂ ਨੇ ਇਸੇ ਬਾਣੀ ਵਿੱਚ ਲਿਖਿਆ ਹੈ, ਰੂਪਵੰਤ ਹੋਏ ਨਾਹੀ ਮੋਹ ਹੈ, ਪ੍ਰਭ ਕੀ ਜੋਤ ਸਗਲ ਘਟ ਸੋ ਹੈ। ਅਸਲੀ ਸੁੰਦਰਤਾ ਦਾ ਸੋਮਾ ਅਕਾਲ ਪੁਰਖ ਹੀ ਹੈ, ਉਸ ਤੋਂ ਹੀ ਸੁੰਦਰਤਾ ਪ੍ਰਗਟ ਹੁੰਦੀ ਹੈ। ਇਸੇ ਲਈ ਕੋਈ ਵੀ ਆਦਮੀ ਆਪਣੇ ਸੁੰਦਰ ਰੂਪ ਦਾ ਮਾਣ ਨਾ ਕਰੇ। ਹਜ਼ੂਰ ਕਹਿੰਦੇ ਨੇ ਉਸ ਉਪਮਾ ਤੋਂ ਰਹਿਤ ਤੇ ਸਾਰੀ ਉਹ ਸੁੰਦਰਤਾ ਦੇ ਸੋਮੇ ਵਾਹਿਗੁਰੂ ਦਾ ਹਰ ਵੇਲੇ ਸਿਮਰਨ ਕਰਨਾ ਚਾਹੀਦਾ ਹੈ। ਜਿਹ ਪ੍ਰਸਾਦ ਤੇਰੀ ਨੀਕੀ ਜਾਤ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਕਈ ਵਾਰੀ ਮਨੁੱਖ ਨੂੰ ਆਪਣੀ ਜਾਤ ਦਾ, ਆਪਣੀ ਬਰਾਦਰੀ ਦਾ ਵੀ ਹੰਕਾਰ ਹੋ ਜਾਂਦਾ ਹੈ, ਬਈ ਮੇਰੀ ਜਾਤ ਬੜੀ ਉੱਚੀ ਹੈ। ਪਰ ਹਜ਼ੂਰ ਕਹਿੰਦੇ ਨੇ ਇਹ ਵੀ ਵਾਹਿਗੁਰੂ ਦੀ ਕਿਰਪਾ ਹੈ। ਜੇ ਤੈਨੂੰ ਨੀਵੀਂ ਜਾਤ ਵਿੱਚ ਭੇਜ ਦੇਵੇ ਫਿਰ ਤੂੰ ਕੀ ਕਰ ਸਕਦਾ। ਇਸੇ ਲਈ ਜਿਸ ਵਾਹਿਗੁਰੂ ਦੀ ਕਿਰਪਾ ਦੇ ਨਾਲ ਤੇਰੀ ਜਾਤ ਬਹੁਤ ਚੰਗੀ ਹੈ, ਭਾਵ ਉੱਚੀ ਜਾਤ, ਚੰਗੀ ਬਰਾਦਰੀ ਵਿੱਚ ਤੈਨੂੰ ਜਨਮ ਮਿਲਿਆ ਹੈ, ਸੋ ਪ੍ਰਭ ਸਿਮਰ ਸਦਾ ਦਿਨ ਰਾਤ। ਤੇ ਤੂੰ ਦਿਨ ਰਾਤ ਉਸ ਵਾਹਿਗੁਰੂ ਪਰਮੇਸ਼ਰ ਦਾ ਹਮੇਸ਼ਾ ਲਈ ਸਿਮਰਨ ਕਰਿਆ ਕਰ। ਜਿਹ ਪ੍ਰਸਾਦ ਤੇਰੀ ਪਤਰ ਹੈ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਵੇਖ ਜਿਸ ਵਾਹਿਗੁਰੂ ਦੀ ਕਿਰਪਾ ਦੇ ਨਾਲ ਤੇਰੀ ਸੰਸਾਰ ਦੇ ਵਿੱਚ ਪਤ ਰਹਿ ਸਕਦੀ ਹੈ, ਤੇਰੀ ਇੱਜ਼ਤ ਅਬਰੋ, ਤੇਰੀ ਸ਼ਾਨੋ ਸ਼ੌਕਤ ਰਹਿ ਸਕਦੀ ਹੈ। ਗੁਰ ਪ੍ਰਸਾਦ ਨਾਨਕ ਜਸ ਕਹੈ। ਤੇ ਫਿਰ ਬਈ ਗੁਰੂ ਦੀ ਕਿਰਪਾ ਦਾ ਪਾਤਰ ਹੋ ਕੇ ਤੇ ਤੂੰ ਉਸ ਵਾਹਿਗੁਰੂ ਦਾ ਜਸ ਉਚਾਰਨ ਕਰ। ਜਦੋਂ ਗੁਰੂ ਦੀ ਕਿਰਪਾ ਦਾ ਪਾਤਰ ਹੋ ਕੇ ਤੂੰ ਉਸ ਮਾਲਕ ਦਾ ਜਸ ਕਰੇਗਾ, ਇਹਦੇ ਨਾਲ ਤੇਰੀ ਲੋਕ ਤੇ ਪ੍ਰਲੋਕ ਵਿੱਚ ਪਤ ਰਹਿ ਸਕਦੀ ਹੈ। ਜੇ ਪ੍ਰਸਾਦ ਸੁਨਹਿ ਕਰਨ ਨਾਦ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਐ ਮਨਾ ਦੇਖ ਜਿਸ ਵਾਹਿਗੁਰੂ ਦੀ ਕਿਰਪਾ ਦੇ ਨਾਲ ਤੂੰ ਆਪਣੇ ਕਰਨ ਦਾ ਅਰਥ ਹੈ ਕੰਨਾਂ ਦੇ ਨਾਲ, ਨਾਦ ਦਾ ਅਰਥ ਹੈ ਸੰਗੀਤ ਦੀਆਂ ਧੁਨਾਂ ਨੂੰ ਸੁਣਦਾ ਹੈ। ਕਿਉਂਕਿ ਜਿਹੜੀ ਸੰਗੀਤ ਹੈ ਇਹ ਵੀ ਤੇ ਇੱਕ ਵਾਹਿਗੁਰੂ ਦੀ ਵਡਮੁੱਲੀ ਦਾਤ ਹੈ, ਬੜੀ ਕੋਮਲ ਕਲਾ ਹੈ, ਜਿਸ ਦਾ ਹਰ ਮਨੁੱਖੀ ਮਨ ਤੇ ਵੀ ਤੇ ਹਰ ਪਸ਼ੂ ਪੰਛੀ ਤੇ ਵੀ, ਬਨਸਪਤੀ ਤੇ ਵੀ, ਪੌਣ ਪਾਣੀ ਤੇ ਵੀ ਪ੍ਰਭਾਵ ਪੈਂਦਾ ਹੈ। ਇਸੇ ਲਈ ਸਤਿਗੁਰੂ ਕਹਿੰਦੇ ਨੇ ਜਿਸ ਵਾਹਿਗੁਰੂ ਦੀ ਕਿਰਪਾ ਦੇ ਨਾਲ ਇਹ ਬੜੀਆਂ ਸੰਗੀਤ ਦੀਆਂ ਧੁਨਾਂ ਸੁਣਦਾ ਹੈ। ਜਿਹ ਪ੍ਰਸਾਦ ਪੇਖੈ ਬਿਸਮਾਦ। ਤੇ ਫਿਰ ਜਿਸ ਵਾਹਿਗੁਰੂ ਦੀ ਕਿਰਪਾ ਦੇ ਨਾਲ ਇਹਨਾਂ ਅੱਖਾਂ ਦੇ ਨਾਲ ਜਿਹੜੇ ਕੁਦਰਤ ਦੇ ਬੜੇ ਹੀ ਵਿਸਮਾਦ ਕੌਤਕ ਨੇ ਉਹਨਾਂ ਨੂੰ ਵੀ ਵੇਖ ਰਿਹਾ ਹੈ। ਕਿਉਂਕਿ ਜਿਹੜੇ ਕੁਦਰਤ ਦੇ ਵੀ ਕੌਤਕ ਬੜੇ ਕਈ ਅਚਰਜ ਹੁੰਦੇ ਨੇ। ਜਿਵੇਂ ਆਪਾਂ ਕਿਤੇ ਸਮੁੰਦਰ ਨੂੰ ਵੇਖਦੇ ਹਾਂ, ਪਹਾੜਾਂ ਨੂੰ ਦੇਖਦੇ ਹਾਂ, ਬੜੀਆਂ ਸੁੰਦਰ ਸੀਨਰੀਆਂ ਹੁੰਦੀਆਂ ਨੇ ਜਿਨ੍ਹਾਂ ਨੂੰ ਵੇਖ ਕੇ ਸਾਡਾ ਮਨ ਖੁਸ਼ ਹੁੰਦਾ ਹੈ। ਉਹ ਨਾਗਰਾ ਫਾਲ ਹੈ, ਉੱਥੇ ਪਾਣੀ ਡਿੱਗਦਾ ਹੈ, ਹੇਠਾਂ ਜਾ ਕੇ ਪਤਾ ਨਹੀਂ ਕਿੱਥੇ ਉਹ ਸਮਾ ਜਾਂਦਾ ਹੈ। ਇਹ ਐਸੀ ਅਚਰਜ ਕੌਤਕ ਨੇ। ਹਜ਼ੂਰ ਕਹਿੰਦੇ ਨੇ ਜਿਸ ਵਾਹਿਗੁਰੂ ਦੀ ਕਿਰਪਾ ਦੇ ਨਾਲ ਤੂੰ ਕੁਦਰਤ ਦੀ ਅਚਰਜ ਕੌਤਕ ਵੇਖ ਰਿਹਾ ਹੈ। ਜਿਹ ਪ੍ਰਸਾਦ ਬੋਲਹਿ ਅੰਮ੍ਰਿਤ ਰਸਨਾ। ਤੇ ਜਿਸ ਵਾਹਿਗੁਰੂ ਦੀ ਕਿਰਪਾ ਦੇ ਨਾਲ ਤੂੰ ਆਪਣੀ ਰਸਨਾ ਤੋਂ ਅੰਮ੍ਰਿਤ ਵਰਗੇ ਮਿੱਠੇ ਬੋਲ ਵੀ ਬੋਲਦਾ। ਭਾਵ ਜੇ ਤੇਰੀ ਆਵਾਜ਼ ਦੇ ਵਿੱਚ ਕੋਈ ਮਿਠਾਸ ਹੈ ਜਾਂ ਤੇਰੇ ਬਚਨਾਂ ਦੇ ਵਿੱਚ ਕੋਈ ਰਸ ਹੈ, ਇਹ ਵੀ ਤਾਂ ਵਾਹਿਗੁਰੂ ਦੀ ਕਿਰਪਾ ਹੀ ਹੈ। ਇਸ ਦਾ ਵੀ ਹੰਕਾਰ ਨਹੀਂ ਕਰਨਾ ਵੀ ਮੇਰੀ ਆਵਾਜ਼ ਬੜੀ ਸੋਹਣੀ ਹੈ, ਮੇਰੀ ਜ਼ੁਬਾਨ ਬੜੀ ਮਿੱਠੀ ਹੈ। ਹਜ਼ੂਰ ਕਹਿੰਦੇ ਸਭ ਵਾਹਿਗੁਰੂ ਦੀ ਕਿਰਪਾ ਹੀ ਸਮਝਣੀ ਚਾਹੀਦੀ ਹੈ। ਜਿਸ ਵਾਹਿਗੁਰੂ ਦੀ ਕਿਰਪਾ ਦੇ ਨਾਲ ਤੂੰ ਆਪਣੀ ਰਸਨਾ ਤੋਂ ਅੰਮ੍ਰਿਤ ਰੂਪ ਬਚਨ ਬੋਲਦਾ ਹੈ। ਜਿਹ ਪ੍ਰਸਾਦ ਸੁਖ ਸਹਿਜੇ ਬਸਨਾ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਜਿਸ ਵਾਹਿਗੁਰੂ ਦੀ ਕਿਰਪਾ ਦੇ ਨਾਲ ਸੁਖ ਸਹਿਜੇ ਬਸਨਾ, ਬਈ ਤੂੰ ਆਤਮਿਕ ਸੁਖ ਦੇ ਵਿੱਚ ਵੀ ਨਿਵਾਸ ਕਰ ਰਿਹਾ ਹੈ।
ਅਥਵਾ ਸੁਖ ਸਹਿਜੇ ਬਸਣਾ ਦਾ ਇਹ ਵੀ ਹੈ ਵੀ ਜਿਸ ਵਾਹਿਗੁਰੂ ਦੀ ਕਿਰਪਾ ਦੇ ਨਾਲ ਤੂੰ ਸਹਿਜੇ ਦਾ ਅਰਥ ਹੈ ਸੁਤੇ ਸਿੱਧ ਹੀ ਸੁਖਾਂ ਦੇ ਵਿੱਚ ਨਿਵਾਸ ਕਰ ਰਿਹਾ ਹੈ। ਇਹ ਵੀ ਤਾਂ ਵਾਹਿਗੁਰੂ ਪਰਮੇਸ਼ਰ ਦਾ ਹੀ ਪਰਉਪਕਾਰ ਹੈ। ਜਿਹ ਪ੍ਰਸਾਦ ਹਸਤ ਕਰ ਚਲ ਹੈ। ਲੋ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਜਿਸ ਵਾਹਿਗੁਰੂ ਦੀ ਕਿਰਪਾ ਦੇ ਨਾਲ ਤੂੰ ਆਪਣੇ ਹੱਥਾਂ ਤੇ ਕਰ ਦਾ ਅਰਥ ਹੈ ਪੈਰਾਂ ਦੇ ਨਾਲ ਚੱਲਦਾ ਹੈ। ਇਹ ਜਿਹੜੀ ਪੰਕਤੀ ਹੈ ਵਿਦਵਾਨਾਂ ਨੇ ਇਹਦੇ ਕਈ ਰੂਪਾਂ ਦੇ ਵਿੱਚ ਅਰਥ ਕੀਤੇ ਨੇ ਵੀ ਜੇ ਪ੍ਰਸਾਦ ਹਸਤ ਕਰ ਚਲੇ ਜਿਸ ਵਾਹਿਗੁਰੂ ਦੀ ਕਿਰਪਾ ਦੇ ਨਾਲ ਹਸ ਦਾ ਅਰਥ ਹੋ ਗਿਆ ਹੱਥ ਤੇ ਕਰ ਜਿਹੜਾ ਸ਼ਬਦ ਹੈ ਵੀ ਕਰਮ ਪੰਜਾਬੀ ਦਾ ਸ਼ਬਦ ਹੈ ਵੀ ਕਰਮਾਂ ਮਿਣ ਕੇ ਦੇਖੋ ਕਿੰਨੀਆਂ ਕਰਮਾਂ ਇਹ ਧਰਤੀ ਹੈ ਉਹ ਕਰਮ ਤੋਂ ਕਰ ਸ਼ਬਦ ਬਣਿਆ ਹੈ। ਕਰ ਦਾ ਅਰਥ ਇੱਥੇ ਪੈਰ ਸਮਝ ਲੈਣਾ। ਜੇ ਪ੍ਰਸਾਦ ਹਸ ਕਰ ਚਲੇ ਜਿਸ ਵਾਹਿਗੁਰੂ ਦੀ ਕਿਰਪਾ ਦੇ ਨਾਲ ਇਹ ਮਨੁੱਖ ਹੱਥਾਂ ਦੇ ਨਾਲ ਕੰਮ ਕਰਦਾ ਹੈ ਤੇ ਪੈਰਾਂ ਦੇ ਨਾਲ ਚੱਲਦਾ ਹੈ। ਇਹ ਵੀ ਤਾਂ ਵਾਹਿਗੁਰੂ ਦੀ ਕਿਰਪਾ ਹੀ ਹੈ। ਜਿਸ ਬੰਦੇ ਦੇ ਹੱਥ ਨਾ ਕੰਮ ਕਰਨ ਤੇ ਉਹ ਕੀ ਕਰ ਸਕਦਾ ਹੈ। ਜਿਸ ਮਨੁੱਖ ਦੇ ਪੈਰ ਹੀ ਨਕਾਰਾ ਹੋ ਜਾਣ ਜਾਂ ਪੈਰ 'ਚ ਕੰਡਾ ਹੀ ਚੁੱਭ ਜਾਵੇ ਪੈਰ ਨੂੰ ਮੋਚ ਹੀ ਆ ਜਾਵੇ ਤੇ ਕਿੰਨੀ ਤਕਲੀਫ ਹੁੰਦੀ ਹੈ। ਕੁਛ ਵੀ ਨਹੀਂ ਕਰ ਸਕਦੇ। ਹਜ਼ੂਰ ਕਹਿੰਦੇ ਨੇ ਇਹ ਸਭ ਵਾਹਿਗੁਰੂ ਦੀ ਕਿਰਪਾ ਹੈ। ਜਿਸ ਦੀ ਕਿਰਪਾ ਦੇ ਨਾਲ ਇਹ ਜੀਵ ਹੱਥਾਂ ਦੇ ਨਾਲ ਕੰਮ ਕਰਦਾ ਹੈ ਤੇ ਕਰ ਦਾ ਅਰਥ ਹੈ ਕਰਮ। ਕਰੋਂ ਅਟਾਈ ਧਰਤੀ ਮੰਗੀ ਉੱਥੇ ਵੀ ਕਰੋਂ ਦਾ ਅਰਥ ਪੈਰ ਹੀ ਹੈ ਵੀ ਪੈਰਾਂ ਦੇ ਨਾਲ ਚੱਲਦਾ ਹੈ। ਹੱਥਾਂ ਨਾਲ ਕੰਮ ਕਰਦੇ ਹਾਂ ਤੇ ਪੈਰਾਂ ਦੇ ਨਾਲ ਅਸੀਂ ਚੱਲਦੇ ਹਾਂ। ਇਸ ਢੰਗ ਦੇ ਨਾਲ ਇਹ ਵਾਹਿਗੁਰੂ ਦੀ ਕਿਰਪਾ ਦੇ ਨਾਲ ਹੀ ਸਾਡੀ ਕਿਰਿਆ ਹੋ ਰਹੀ ਹੈ। ਇਸ ਲਈ ਸਾਨੂੰ ਉਸ ਦਾਤੇ ਦਾ ਹਮੇਸ਼ਾ ਲਈ ਸ਼ੁਕਰ ਕਰਨਾ ਚਾਹੀਦਾ ਹੈ। ਅਥਵਾ ਜੇ ਪ੍ਰਸਾਦ ਹਸਤ ਕਰ ਚਲ ਹੈ ਇਹਦਾ ਜਿਹੜਾ ਸਾਧਾਰਨ ਅਰਥ ਹੈ ਜੇ ਪ੍ਰਸਾਦ ਜਿਸ ਵਾਹਿਗੁਰੂ ਦੀ ਕਿਰਪਾ ਦੇ ਨਾਲ ਹਸਤ ਕਰ ਚਲੇ ਹੱਥਾਂ ਤੇ ਪੈਰਾਂ ਦੇ ਨਾਲ ਤੂੰ ਚੱਲਦਾ ਹੈ। ਹੱਥ ਪੈਰਾਂ ਦੇ ਨਾਲ ਚੱਲਦਾ ਹੈ ਕਿਉਂਕਿ ਜਦੋਂ ਆਦਮੀ ਛੋਟਾ ਹੁੰਦਾ ਹੈ ਨਾ ਤੁਸੀਂ ਬੱਚਿਆਂ ਨੂੰ ਵੇਖਦੇ ਹੋ ਉਸ ਵੇਲੇ ਹੱਥਾਂ ਤੇ ਪੈਰਾਂ ਨਾਲ ਹੀ ਦੋਵਾਂ ਨਾਲ ਹੀ ਰੁੜਦੇ ਨੇ। ਇਹ ਵੀ ਗੱਲ ਹੈ। ਤੇ ਜਦੋਂ ਆਪਾਂ ਵੈਸੇ ਵੀ ਚੱਲਦੇ ਹਾਂ ਤੇ ਜਦੋਂ ਆਪਣੇ ਪੈਰ ਚੱਲਦੇ ਨੇ ਹੱਥ ਵੀ ਨਾਲ ਚੱਲਦੇ ਆ। ਇਹ ਵੀ ਇੱਕ ਕੁਦਰਤੀ ਗੱਲ ਹੈ। ਇਸ ਲਈ ਇਹ ਵੀ ਅਰਥ ਠੀਕ ਹੀ ਢੁਕਦਾ ਹੈ ਜਿਸ ਵਾਹਿਗੁਰੂ ਦੀ ਕਿਰਪਾ ਦੇ ਨਾਲ ਤੂੰ ਹੱਥਾਂ ਪੈਰਾਂ ਨਾਲ ਚੱਲਦਾ ਹੈ। ਜਦੋਂ ਆਪਾਂ ਚੱਲਦੇ ਹਾਂ ਪੈਰ ਵੀ ਚੱਲਦੇ ਨੇ ਤੇ ਹੱਥ ਵੀ ਨਾਲ ਚੱਲਦੇ ਨੇ। ਇਹਨਾਂ ਹੱਥਾਂ ਪੈਰਾਂ ਦੇ ਨਾਲ ਅਸੀਂ ਚੱਲਦੇ ਹਾਂ। ਅਥਵਾ ਜੇ ਪ੍ਰਸਾਦ ਹਸਤ ਕਰ ਚਲੇ ਕੁਛ ਨਵੇਂ ਜਿਹੜੇ ਵਿਦਵਾਨ ਨੇ ਉਹਨਾਂ ਨੇ ਇਹਦਾ ਅਰਥ ਇਉਂ ਵੀ ਕੀਤਾ ਹੈ ਜਿਸ ਵਾਹਿਗੁਰੂ ਦੀ ਕਿਰਪਾ ਦੇ ਨਾਲ ਤੂੰ ਹੱਥਾਂ ਨਾਲ ਕੰਮ ਕਰਦਾ ਹੈ ਤੇ ਕਰ ਚਲਾ ਹੈ ਤੇ ਜਿਹੜੇ ਹੋਰ ਵੀ ਤੇਰੇ ਸਰੀਰ ਦੇ ਅੰਗ ਪ੍ਰਤੰਗ ਨੇ ਉਹ ਵੀ ਸਾਰੇ ਚੱਲ ਰਹੇ ਨੇ ਕਿਰਿਆ ਕਰ ਰਹੇ ਨੇ। ਇਹ ਵੀ ਉਸ ਵਾਹਿਗੁਰੂ ਪਰਮੇਸ਼ਰ ਦੀ ਹੀ ਕਿਰਪਾ ਤੇ ਉਹਦਾ ਪਰਉਪਕਾਰ ਹੈ। ਜਿਹ ਪ੍ਰਸਾਦ ਸੰਪੂਰਨ ਫਲ ਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਜਿਸ ਵਾਹਿਗੁਰੂ ਦੀ ਕਿਰਪਾ ਦੇ ਨਾਲ ਤੂੰ ਐਨ ਸੰਪੂਰਨ ਭਾਵ ਸਾਰੀ ਸੁਖ ਸੰਪत्ति ਦੇ ਨਾਲ ਫਲੀਭੂਤ ਹੋ ਰਿਹਾ ਹੈ। ਜਿਹ ਪ੍ਰਸਾਦ ਪਰਮ ਗਤ ਪਾਵਹਿ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਜਿਸ ਵਾਹਿਗੁਰੂ ਦੀ ਕਿਰਪਾ ਦੇ ਨਾਲ ਤੂੰ ਪਰਮ ਗਤੀ ਕੇਵਲ ਮੁਕਤੀ ਨੂੰ ਪ੍ਰਾਪਤ ਕਰ ਸਕਦਾ ਹੈ। ਜਿਹ ਪ੍ਰਸਾਦ ਸੁਖ ਸਹਿਜ ਸਮਾਵਹਿ। ਅਤੇ ਜਿਸ ਵਾਹਿਗੁਰੂ ਪਰਮੇਸ਼ਰ ਦੀ ਕਿਰਪਾ ਦੇ ਨਾਲ ਆਤਮਕ ਅਡੋਲ ਅਵਸਥਾ ਦੇ ਵਿੱਚ ਅਥਵਾ ਤੁਰਿਆ ਅਵਸਥਾ ਦੇ ਸੁਖ ਦੇ ਵਿੱਚ ਤੂੰ ਲੀਨ ਹੋ ਰਿਹਾ ਹੈ। ਐਸਾ ਪ੍ਰਭ ਤਿਆਗ ਅਵਰ ਕਤ ਲਾਗਹੁ। ਲੋ ਹਜ਼ੂਰ ਕਹਿੰਦੇ ਨੇ ਐ ਮਨਾ ਜਿਸ ਵਾਹਿਗੁਰੂ ਦੀ ਕਿਰਪਾ ਦੇ ਨਾਲ ਤੂੰ ਇੰਨਾ ਸੁਖ ਭੋਗ ਰਿਹਾ ਹੈ ਤੇ ਉਸ ਮਾਲਕ ਨੂੰ ਛੱਡ ਕੇ ਅਵਰ ਕਤ ਲਾਗੋ ਤੂੰ ਹੋਰ ਕਿਸੇ ਪਾਸੇ ਕਿਉਂ ਲੱਗਦਾ ਹੈ। ਐਸੇ ਮਾਲਕ ਨੂੰ ਛੱਡ ਕੇ ਤੈਨੂੰ ਕਿਸੇ ਹੋਰ ਪਾਸੇ ਹਰਗਿਜ਼ ਨਹੀਂ ਲੱਗਣਾ ਚਾਹੀਦਾ। ਗੁਰ ਪ੍ਰਸਾਦ ਨਾਨਕ ਮਨ ਜਾਗਹੁ। ਲੋ ਹਜ਼ੂਰ ਕਹਿੰਦੇ ਨੇ ਐ ਮਨਾ ਤੂੰ ਗੁਰੂ ਦੀ ਕਿਰਪਾ ਦਾ ਪਾਤਰ ਬਣ ਤੇ ਨਾਲ ਜਾਗ। ਗੁਰੂ ਦੀ ਕਿਰਪਾ ਦੇ ਨਾਲ ਤੂੰ ਆਪਣੇ ਮਨ ਵਿੱਚ ਜਾਗ ਭਾਵ ਚਤਨ ਹੋ ਸਾਵਧਾਨ ਹੋ। ਕਿਉਂਕਿ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਇੱਕ ਥਾਂ ਤੇ ਬਾਣੀ ਵਿੱਚ ਲਿਖਿਆ ਹੈ ਬਈ ਜਿਹੜੇ ਸਾਡੇ ਸਾਰੀਏ ਇੰਦਰੀਏ ਨੇ ਇਹ ਵੀ ਸੁੱਤੇ ਪਏ ਨੇ। ਨੈਨੋ ਨੀਂਦ ਪਰ ਦ੍ਰਿਸ਼ਟ ਵਿਕਾਰ ਸ਼ਰਵਣ ਸੋਏ ਸੁਣ ਨਿੰਦ ਵਿਚਾਰ ਰਸਨਾ ਸੋਈ ਲੋਭ ਮੀਠਾ ਸਾਧ ਮਨ ਸੋਇਆ ਮਾਇਆ ਬਿਸਮਾਦ। ਇਹ ਮਨ ਵੀ ਸਾਡਾ ਸੁੱਤਾ ਹੋਇਆ। ਮਨ ਸੋਇਆ ਮਾਇਆ ਬਿਸਮਾਦ। ਇਹ ਮਾਇਆ ਦੇ ਜਿਹੜੇ ਵਿਸਮਾਦ ਰਸਾਂ ਦੇ ਵਿੱਚ ਸਾਡਾ ਮਨ ਸੁੱਤਾ ਹੋਇਆ ਹੈ।
ਇਸੇ ਲਈ ਸਤਿਗੁਰੂ ਕਹਿੰਦੇ ਨੇ ਵੀ ਤੂੰ ਗੁਰੂ ਦੀ ਕਿਰਪਾ ਦੇ ਨਾਲ ਆਪਣੇ ਮਨ ਵਿੱਚ ਜਾਗ, ਭਾਵ ਆਪਣੇ ਅੰਦਰ ਸੁਰਤ ਨੂੰ ਜਗਾ, ਅੰਦਰਲੇ ਗਿਆਨ ਨੂੰ ਪ੍ਰਗਟ ਕਰ, ਕਿਉਂਕਿ ਸੁਰਤ ਸਾਰਿਆਂ ਦੀ ਸੁੱਤੀ ਹੋਈ ਹੈ। ਬਾਹਰੋਂ ਭਾਵੇਂ ਅਸੀਂ ਜਾਗਦੇ ਵੀ ਹਾਂ ਨਾ, ਅੰਦਰੋਂ ਸੁਰਤ ਸਾਡੀ ਫਿਰ ਵੀ ਸੁੱਤੀ ਰਹਿੰਦੀ ਹੈ, ਕਿਉਂਕਿ ਅੰਦਰ ਇੱਕ ਮੋਹ ਮਾਇਆ ਦੀ ਐਸੀ ਨੀਂਦ ਹੈ, ਅਵਿਦਿਆ ਤੇ ਅਗਿਆਨ ਦੀ ਇੱਕ ਐਸੀ ਨੀਂਦ ਹੈ, ਅਸੀਂ ਜਾਗਦੇ ਵੀ ਸੁੱਤੇ ਰਹਿੰਦੇ ਹਾਂ। ਸਤਿਗੁਰੂ ਉਹ ਅੰਦਰਲੀ ਜਾਗਰਤ ਅਵਸਥਾ ਨੂੰ ਕਹਿੰਦੇ ਨੇ ਤੂੰ ਗੁਰੂ ਦੀ ਕਿਰਪਾ ਦੁਆਰਾ ਵੀ ਐ ਮਨਾ ਤੂੰ ਅੰਦਰੋਂ ਜਾਗ, ਭਾਵ ਆਪਣੇ ਮਨ ਨੂੰ ਸਾਖੀ ਭਾਵ ਦੇ ਵਿੱਚ, ਸਿਮਰਨ ਦੇ ਵਿੱਚ ਤੇ ਗਿਆਨ ਦੇ ਵਿੱਚ ਹਮੇਸ਼ਾ ਲਈ ਜਾਗਦਾ ਰੱਖ। ਜਿਹ ਪ੍ਰਸਾਦ ਤੂੰ ਪ੍ਰਗਟ ਸੰਸਾਰ। ਲੋ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਿਰ ਮਨ ਨੂੰ ਵਾਹਿਗੁਰੂ ਦੇ ਪਰਉਪਕਾਰ ਯਾਦ ਕਰਵਾਉਂਦੇ ਹਨ ਕਿ ਐ ਮਨਾ ਜਿਸ ਵਾਹਿਗੁਰੂ ਦੀ ਕਿਰਪਾ ਦੇ ਨਾਲ ਤੂੰ ਸਾਰੇ ਸੰਸਾਰ ਦੇ ਵਿੱਚ ਪ੍ਰਗਟ ਹੋ ਰਿਹਾ ਹੈ, ਤੇਰੇ ਨਾਮ ਦੀ ਸਾਰੇ ਚਰਚਾ ਹੋ ਰਹੀ ਹੈ। ਇਸ ਪ੍ਰਭ ਕੋ ਮੂਲ ਨਾ ਮਨਹੁ ਵਿਸਾਰ। ਤੇ ਤੂੰ ਸਰਵ ਸ਼ਕਤੀਮਾਨ ਅਕਾਲ ਪੁਰਖ ਵਾਹਿਗੁਰੂ ਨੂੰ ਕਦੇ ਵੀ, ਮੂਲ ਦਾ ਅਰਥ ਹੈ ਕਦੇ ਵੀ, ਆਪਣੇ ਮਨ ਤੋਂ ਨਾ ਵਿਸਾਰ। ਜਿਸ ਵਾਹਿਗੁਰੂ ਦੀ ਕਿਰਪਾ ਦੇ ਨਾਲ ਸਾਰੇ ਸੰਸਾਰ ਦੇ ਵਿੱਚ ਤੇਰੀ ਪ੍ਰਸਿੱਧੀ ਹੋ ਰਹੀ ਹੈ, ਤੇ ਉਸ ਦਾਤੇ ਨੂੰ ਕਦੇ ਵੀ ਆਪਣੇ ਮਨ ਤੋਂ ਭੁਲਾ ਨਾ। ਜੇ ਪ੍ਰਸਾਦ ਤੇਰਾ ਪ੍ਰਤਾਪ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਐ ਮਨਾ ਜਿਸ ਵਾਹਿਗੁਰੂ ਦੀ ਕਿਰਪਾ ਦੇ ਨਾਲ ਤੇਰਾ ਸਭ ਥਾਵਾਂ ਤੇ ਪ੍ਰਤਾਪ, ਜਾਹੋ ਜਲਾਲ ਤੇਰਾ ਦਬਦਬਾ ਬਣਿਆ ਹੋਇਆ ਹੈ। ਏ ਮਨ ਮੂੜ ਤੂੰ ਤਾ ਕਉ ਜਾਪ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਐ ਮੂਰਖ ਮਨਾ ਤੂੰ ਹਮੇਸ਼ਾ ਲਈ ਉਸ ਵਾਹਿਗੁਰੂ ਨੂੰ ਜਪ ਜਿਹਦੀ ਕਿਰਪਾ ਦੇ ਨਾਲ ਤੇਰਾ ਪ੍ਰਤਾਪ ਫੈਲ ਰਿਹਾ ਹੈ। ਜਿਹ ਪ੍ਰਸਾਦ ਤੇਰੇ ਕਾਰਜ ਪੂਰੇ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਐ ਮਨਾ ਜਿਸ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਦੇ ਨਾਲ ਤੇਰੇ ਸਾਰੇ ਕਾਰਜ ਵੀ ਪੂਰੇ ਹੋ ਰਹੇ ਨੇ, ਕਿਉਂਕਿ ਅਸੀਂ ਕੋਈ ਵੀ ਕਾਰਜ ਕਰਦੇ ਹਾਂ ਕਈ ਵਾਰੀ ਉਹਦੇ ਵਿੱਚ ਵਿਘਨ ਵੀ ਪੈਂਦੇ ਨੇ, ਤੇ ਫਿਰ ਅਸੀਂ ਅਰਦਾਸਾਂ ਬੇਨਤੀਆਂ ਕਰਦੇ ਹਾਂ, ਕਈ ਯਤਨ ਕਰਦੇ ਹਾਂ, ਤੇ ਜਦੋਂ ਵਾਹਿਗੁਰੂ ਦੀ ਕਿਰਪਾ ਹੁੰਦੀ ਕਾਰਜ ਸਿਰੇ ਚੜ੍ਹ ਜਾਂਦੇ ਨੇ। ਇਸੇ ਲਈ ਹਜ਼ੂਰ ਕਹਿੰਦੇ ਨੇ ਜਿਸ ਵਾਹਿਗੁਰੂ ਦੀ ਕਿਰਪਾ ਦੇ ਨਾਲ ਤੇਰੇ ਕਾਰਜ ਵੀ ਸੰਪੂਰਨ ਹੋ ਰਹੇ ਹਨ। ਤਿਸ ਹੈ ਜਾਨ ਮਨ ਸਦਾ ਹਜੂਰੇ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਐ ਮਨਾ ਤੂੰ ਉਸ ਵਾਹਿਗੁਰੂ ਪਰਮੇਸ਼ਰ ਨੂੰ ਹਮੇਸ਼ਾ ਆਪਣੇ ਹਜੂਰੇ ਦਾ ਅਰਥ ਹੈ ਨੇੜੇ ਸਮਝ, ਉਹਨੂੰ ਆਪਣੇ ਕੋਲ ਖੜਾ ਸਮਝ। ਇਹ ਨਾ ਸਮਝ ਵੀ ਵਾਹਿਗੁਰੂ ਪਰਮੇਸ਼ਰ ਮੈਥੋਂ ਦੂਰ ਹੈ, ਉਹ ਕਿਸੇ ਤੋਂ ਵੀ ਦੂਰ ਨਹੀਂ ਹੈ। ਨੇਰਾ ਨਾਹੀਂ ਦੂਰ ਨਿਜ ਆਤਮਾ ਰਹਿਆ ਭਰਪੂਰ। ਉਹ ਵਾਹਿਗੁਰੂ ਤੇ ਆਕਾਸ਼ ਵਾਂਗੂ ਵਿਆਪਕ ਹੈ। ਤੁਸੀਂ ਆਕਾਸ਼ ਨੂੰ ਨਾ ਨੇੜੇ ਕਹਿ ਸਕਦੇ ਹੋ, ਨਾ ਇਸ ਨੂੰ ਦੂਰ ਕਹਿ ਸਕਦੇ ਹੋ। ਇਹ ਤੇ ਸਿਰਫ ਸਮਝਾਉਣ ਦੀ ਖਾਤਰ ਦੂਰ ਨੇੜੇ ਦੀ ਭਾਸ਼ਾ ਵਰਤਣੀ ਪੈਂਦੀ ਹੈ। ਹਜ਼ੂਰ ਕਹਿੰਦੇ ਨੇ ਉਹ ਵਾਹਿਗੁਰੂ ਤੇ ਆਤਮਾ ਸਰੂਪ ਹੋ ਕੇ ਪਰਿਪੂਰਨ ਹੋ ਰਿਹਾ ਹੈ। ਆਤਮਾ ਦਾ ਅਰਥ ਹੁੰਦਾ ਹੈ ਆਪਣਾ ਆਪ, ਵੀ ਆਪਣਾ ਆਪ ਰੂਪ ਹੋ ਕੇ ਵਾਹਿਗੁਰੂ ਸਾਡੇ ਅੰਦਰ ਵਰਤ ਰਿਹਾ ਹੈ, ਤੇ ਅਸੀਂ ਉਸ ਤੋਂ ਕਿਵੇਂ ਦੂਰ ਜਾ ਸਕਦੇ ਹਾਂ। ਇਸੇ ਲਈ ਹਜ਼ੂਰ ਕਹਿੰਦੇ ਨੇ ਜਿਸ ਵਾਹਿਗੁਰੂ ਦੀ ਕਿਰਪਾ ਨਾਲ ਤੇਰੇ ਸਾਰੇ ਕਾਰਜ ਪੂਰੇ ਹੋ ਰਹੇ ਨੇ, ਤੇ ਤੂੰ ਹਰ ਵੇਲੇ ਉਸ ਵਾਹਿਗੁਰੂ ਪਰਮੇਸ਼ਰ ਨੂੰ ਹਾਜ਼ਰ ਨਾਜ਼ਰ ਸਮਝਿਆ ਕਰ। ਜਿਹ ਪ੍ਰਸਾਦ ਤੂੰ ਪਾਵਹਿ ਸਾਚ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਜਿਸ ਵਾਹਿਗੁਰੂ ਦੀ ਕਿਰਪਾ ਦੇ ਨਾਲ ਤੂੰ ਸੱਚ ਨੂੰ ਪ੍ਰਾਪਤ ਕਰ ਰਿਹਾ ਹੈ। ਇੱਕ ਤਾਂ ਸੱਚ ਬੋਲਣਾ ਇਖਲਾਕੀ ਗੁਣ ਹੈ। ਸਤਿਗੁਰੂ ਦਾ ਹੁਕਮ ਹੈ ਬੋਲੀਏ ਸੱਚ ਧਰਮ ਝੂਠ ਨਹੀਂ ਬੋਲੀਏ, ਜੋ ਗੁਰ ਦੱਸੇ ਵਾਟ ਮੁਰੀਦਾਂ ਜੋਲੀਏ। ਤੇ ਦੂਸਰਾ ਸੱਚਾ ਨਾਮ ਜਪਣਾ, ਇਹ ਇੱਕ ਦੇਵੀ ਗੁਣ ਹੈ। ਹਜ਼ੂਰ ਕਹਿੰਦੇ ਨੇ ਜਿਸ ਵਾਹਿਗੁਰੂ ਦੀ ਕਿਰਪਾ ਦੇ ਨਾਲ ਤੂੰ ਸੱਚ ਨੂੰ ਪ੍ਰਾਪਤ ਕਰ ਰਿਹਾ ਹੈ, ਭਾਵ ਸੱਚ ਬੋਲਣ ਦਾ ਤੇਰੇ ਵਿੱਚ ਗੁਣ ਵਾਹਿਗੁਰੂ ਨੇ ਬਖਸ਼ਿਆ ਹੋਇਆ ਹੈ, ਤੇ ਇਹਦੇ ਨਾਲ ਤੂੰ ਸੱਚੇ ਨਾਮ ਨੂੰ ਵੀ ਜਪ ਰਿਹਾ ਹੈ। ਅਰੇ ਮਨ ਮੇਰੇ ਤੂੰ ਤਾਸਿਓ ਰਾਚ। ਐ ਮੇਰੇ ਮਨਾ ਤੂੰ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਲ ਹਮੇਸ਼ਾ ਰਚਿਆ ਰਹਿ। ਜੇ ਤੂੰ ਸੱਚ ਦੇ ਨਾਲ ਵੀ ਜੁੜਿਆ ਹੋਇਆ ਨਾ, ਜੇ ਤੈਨੂੰ ਸੱਚ ਬੋਲਣ ਦਾ ਗੁਣ ਵੀ ਵਾਹਿਗੁਰੂ ਨੇ ਬਖਸ਼ਿਆ ਹੋਇਆ ਹੈ, ਤੇ ਇਹ ਵੀ ਵਾਹਿਗੁਰੂ ਦਾ ਪਰਉਪਕਾਰ ਹੀ ਸਮਝ, ਕਿਉਂਕਿ ਮਨ ਦਾ ਕੋਈ ਪਤਾ ਨਹੀਂ ਹੈ ਕਦੋਂ ਮਨ ਸੱਚ ਦਾ ਪੱਲਾ ਛੱਡ ਕੇ ਝੂਠ ਬੋਲਣ ਲੱਗ ਪਵੇ। ਕਿਉਂਕਿ ਬਹੁਤ ਸਾਰੇ ਐਸੇ ਲੋਕ ਹੁੰਦੇ ਨੇ ਵੀ ਚਲੋ ਠੀਕ ਹੈ, ਬਾਹਰ ਦੁਨੀਆਦਾਰੀ ਦੇ ਵਿੱਚ ਤਾਂ ਝੂਠ ਲੋਕੀ ਬੋਲ ਹੀ ਲੈਂਦੇ ਨੇ, ਤੇ ਫਿਰ ਗੁਰੂ ਘਰ ਆ ਕੇ ਵੀ ਕਈ ਵਾਰੀ ਸੱਚ ਨੂੰ ਛੁਪਾਉਣ ਦਾ ਯਤਨ ਹੁੰਦਾ ਹੈ।
ਸਪਸ਼ਟ ਗੱਲ ਨਹੀਂ ਕਹੀ ਜਾਂਦੀ, ਉੱਤੋਂ ਕੁਝ ਹੋਰ ਅੰਦਰ ਕੁਝ ਹੋਰ ਗੱਲਾਂ ਹੁੰਦੀਆਂ ਨੇ। ਤੇ ਕਈ ਤੇ ਐਸੇ ਸਾਡੇ ਸਿਆਸੀ ਲੀਡਰ ਹੁੰਦੇ ਨੇ, ਮਹਾਰਾਜ ਦੀ ਹਜ਼ੂਰੀ ਵਿੱਚ ਵੀ ਝੂਠ ਬੋਲਣ ਲੱਗ ਜਾਂਦੇ ਨੇ, ਕੋਈ ਮਨ ਦੇ ਵਿੱਚ ਭੈ ਨਹੀਂ ਹੁੰਦਾ। ਪਰ ਸਤਿਗੁਰੂ ਕਹਿੰਦੇ ਨੇ ਨਹੀਂ, ਜਿਹਦੀ ਕਿਰਪਾ ਦੇ ਨਾਲ ਤੂੰ ਸੱਚ ਨੂੰ ਪ੍ਰਾਪਤ ਕਰ ਰਿਹਾ ਹੈ ਤੇ ਤੂੰ ਹਰ ਵੇਲੇ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਲ ਰਚਿਆ ਰਹਿ, ਤਾਂ ਕਿ ਹਮੇਸ਼ਾ ਲਈ ਸੱਚ ਦਾ ਗੁਣ ਤੇਰੇ ਵਿੱਚ ਵਸਦਾ ਰਵੇ। ਜਿਹ ਪ੍ਰਸਾਦ ਸਭ ਕੀ ਗਤ ਹੋਏ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਸ ਵਾਹਿਗੁਰੂ ਦੀ ਕਿਰਪਾ ਦੇ ਨਾਲ ਸਭ ਜੀਵਾਂ ਦੀ ਗਤ ਹੋਏ ਕਲਿਆਣ ਹੋ ਸਕਦੀ ਹੈ। ਨਾਨਕ ਜਪ ਜਪੈ ਜਪ ਸੋਏ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਮੈਂ ਤੇ ਉਸ ਜਪਣ ਯੋਗ ਅਕਾਲ ਪੁਰਖ ਵਾਹਿਗੁਰੂ ਦੇ ਜਾਪ ਨੂੰ, ਭਾਵ ਉਹਦੇ ਨਾਮ ਨੂੰ ਹੀ ਜਪ ਰਿਹਾ ਹਾਂ, ਕਿਉਂਕਿ ਵਾਹਿਗੁਰੂ ਦਾ ਨਾਮ ਹੀ ਤੇ ਜਪਣ ਯੋਗ ਹੈ। ਮੈਂ ਤੇ ਉਸ ਵਾਹਿਗੁਰੂ ਪਰਮੇਸ਼ਰ ਦੀ ਕਿਰਪਾ ਦੇ ਨਾਲ ਉਸ ਜਪਣ ਯੋਗ ਵਾਹਿਗੁਰੂ ਦੇ ਜਾਪ ਨੂੰ, ਭਾਵ ਉਸ ਦੇ ਨਾਮ ਨੂੰ ਜਪ ਰਿਹਾ ਹਾਂ। ਆਪ ਜਪਾਏ ਜਪੈ ਸੋ ਨਾਉ। ਲਓ ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਗੁਰਸਿੱਖਾਂ ਨੇ ਬੇਨਤੀ ਕੀਤੀ ਵੀ ਸੱਚੇ ਪਾਤਸ਼ਾਹ ਵਾਹਿਗੁਰੂ ਦਾ ਨਾਮ ਕੌਣ ਜਪ ਸਕਦਾ ਹੈ? ਕੀ ਮਨੁੱਖ ਆਪਣੇ ਆਪ ਵੀ ਜਪ ਸਕਦਾ ਹੈ? ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ, ਭਾਈ ਨਹੀਂ, ਆਪ ਜਪਾਏ ਜਪੈ ਸੋ ਨਾਉ। ਵੀ ਜਿਸਨੂੰ ਵਾਹਿਗੁਰੂ ਆਪ ਹੀ ਨਾਮ ਜਪਾਵੇ ਉਹੀ ਵਾਹਿਗੁਰੂ ਦੇ ਨਾਮ ਨੂੰ ਜਪ ਸਕਦਾ ਹੈ। ਕਿਉਂਕਿ ਇਹ ਜਿਹੜਾ ਮਨੁੱਖ ਹੈ ਹੋਰ ਕਾਰ ਵਿਹਾਰ ਤਾਂ ਠੀਕ ਹੈ ਕਰੀ ਜਾ ਰਿਹਾ ਹੈ, ਪਰ ਇਹਦੇ ਲਈ ਵਾਹਿਗੁਰੂ ਦਾ ਨਾਮ ਜਪਣਾ ਇੱਕ ਬੇਲੋੜਾ ਤੇ ਵਾਧੂ ਕੰਮ ਸਮਝਿਆ ਗਿਆ ਹੈ। ਕੋਈ ਆਦਮੀ ਇਹ ਨਹੀਂ ਸੋਚਦਾ ਵੀ ਮੇਰੇ ਲਈ ਨਾਮ ਜਪਣਾ ਵੀ ਜ਼ਰੂਰੀ ਹੈ। ਤੁਸੀਂ ਕਿਸੇ ਵੀ ਆਮ ਸੰਸਾਰੀ ਪੁਰਸ਼ ਵੱਲ ਨਿਗਾਹ ਮਾਰ ਕੇ ਦੇਖੋ, ਉਹ ਜਿੰਨਾ ਦੁਨਿਆਵੀ ਕੰਮ ਨੂੰ ਤਰਜੀਹ ਦਿੰਦਾ ਹੈ ਤੇ ਉਹਨਾਂ ਨਾਮ ਸਿਮਰਨ ਨੂੰ ਤਰਜੀਹ ਨਹੀਂ ਦਿੰਦਾ। ਹਰ ਆਦਮੀ ਕਹਿੰਦਾ ਬਾਣੀ ਪੜ੍ਹੀ ਜਾਵੇ ਚਾਹੇ ਨਾ ਪੜ੍ਹੀ ਜਾਵੇ, ਪਰ ਕੰਮ ਜ਼ਰੂਰ ਕਰਨਾ, ਕੰਮ ਨਹੀਂ ਛੱਡਣਾ, ਕੰਮ ਤੋਂ ਲੇਟ ਵੀ ਨਹੀਂ ਹੋਣਾ। ਨਿਤਨੇਮ ਚਾਹੇ ਰਹਿ ਜਾਵੇ, ਸਿਮਰਨ ਰਹਿ ਜਾਵੇ, ਸਤਿਗੁਰੂ ਦੀ ਹਜ਼ੂਰੀ ਰਹਿ ਜਾਵੇ, ਸੰਗਤ ਰਹਿ ਜਾਵੇ, ਕਥਾ ਕੀਰਤਨ ਰਹਿ ਜਾਵੇ, ਪਰ ਅਸੀਂ ਕੰਮ ਨਹੀਂ ਛੱਡ ਸਕਦੇ। ਇਸੇ ਲਈ ਤਾਂ ਇਹ ਗੱਲ ਸਤਿਗੁਰੂ ਕਹਿੰਦੇ ਨੇ, ਆਪ ਜਪਾਏ ਜਪੈ ਸੋ ਨਾਉ। ਜੇ ਵਾਹਿਗੁਰੂ ਆਪ ਕਿਰਪਾ ਕਰੇ ਤਾਂ ਹੀ ਭਾਈ ਵਾਹਿਗੁਰੂ ਦੇ ਨਾਮ ਨੂੰ ਜਪਿਆ ਜਾਂਦਾ ਹੈ, ਨਹੀਂ ਤੇ ਸਤਿਗੁਰੂ ਮਹਾਰਾਜ ਨੇ ਇਹ ਵੀ ਲਿਖਿਆ ਹੈ, ਆਖਣ ਔਖਾ ਸਾਚਾ ਨਾਮ। ਬਈ ਵਾਹਿਗੁਰੂ ਦਾ ਨਾਮ ਆਖਣਾ, ਨਾਮ ਜਪਣਾ ਬਹੁਤ ਔਖਾ ਕੰਮ ਹੈ। ਇਹ ਸਮਝਣ ਦੀ ਗੱਲ ਹੀ ਹੈ। ਜਿਹੜੇ ਜਪਦੇ ਨੇ ਉਹਨਾਂ ਲਈ ਔਖਾ ਨਹੀਂ ਹੁੰਦਾ, ਤੇ ਜਿਹੜੇ ਨਹੀਂ ਜਪਦੇ ਉਹਨਾਂ ਦੇ ਲਈ ਇਹ ਕੰਮ ਵਾਕਿਆ ਹੀ ਔਖਾ ਹੈ। ਮਹਾਂਪੁਰਖ ਦੱਸਦੇ ਸਨ ਬਈ ਆਮ ਲੋਕਾਂ ਦੇ ਵਾਸਤੇ ਤਾਂ ਇਹ ਜਿਹੜਾ ਨਾਮ ਹੈ ਨਾ, ਅਲੂਣੀ ਸਿਲਾ ਵਾਂਗ ਹੈ, ਜਿਹਦੇ ਵਿੱਚ ਕੋਈ ਰਸ ਨਹੀਂ। ਇਸੇ ਲਈ ਤਾਂ ਦੁਨੀਆ ਕਹਿੰਦੀ ਅਸੀਂ ਨਾਮ ਤੋਂ ਕੀ ਲੈਣਾ, ਸਾਨੂੰ ਮਾਇਆ ਚਾਹੀਦੀ ਹੈ, ਦੁਨੀਆ ਦੇ ਸੁੱਖ ਚਾਹੀਦੇ ਨੇ, ਤੇ ਅਸੀਂ ਨਾਮ ਤੋਂ, ਰੱਬ ਤੋਂ ਅਸੀਂ ਕੀ ਲੈਣਾ। ਇਸੇ ਲਈ ਸਤਿਗੁਰੂ ਕਹਿੰਦੇ ਨੇ, ਇਹ ਤੇ ਜਿਸ ਉੱਤੇ ਵਾਹਿਗੁਰੂ ਦੀ ਕਿਰਪਾ ਹੋਵੇ ਨਾ, ਆਪ ਜਪਾਏ ਜਪੈ ਸੋ ਨਾਉ। ਜਿਸਨੂੰ ਵਾਹਿਗੁਰੂ ਆਪ ਹੀ ਜਪਾਵੇ ਉਹੀ ਭਾਈ ਨਾਮ ਨੂੰ ਜਪ ਸਕਦਾ ਹੈ। ਆਪ ਗਾਵਾਏ ਸੋ ਹਰ ਗੁਣ ਗਾਓ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਸਨੂੰ ਵਾਹਿਗੁਰੂ ਆਪ ਹੀ ਜਸ ਕਰਵਾਵੇ ਉਹੀ ਵਾਹਿਗੁਰੂ ਪਰਮੇਸ਼ਰ ਦੇ ਗੁਣਾਂ ਨੂੰ ਗਾ ਸਕਦਾ ਹੈ। ਪ੍ਰਭ ਕਿਰਪਾ ਤੇ ਹੋਏ ਪ੍ਰਗਾਸ। ਭਾਵ ਵਾਹਿਗੁਰੂ ਦੀ ਸਿਫਤ ਸਲਾਹ ਵੀ ਵਾਹਿਗੁਰੂ ਦੀ ਕਿਰਪਾ ਦੇ ਨਾਲ ਹੀ ਹੁੰਦੀ ਹੈ, ਤੇ ਵਾਹਿਗੁਰੂ ਦਾ ਨਾਮ ਵੀ ਉਹਦੀ ਕਿਰਪਾ ਦੇ ਨਾਲ ਹੀ ਜਪਿਆ ਜਾਂਦਾ ਹੈ। ਪ੍ਰਭ ਕਿਰਪਾ ਤੇ ਹੋਏ ਪ੍ਰਗਾਸ। ਸਤਿਗੁਰੂ ਕਹਿੰਦੇ ਨੇ, ਵਾਹਿਗੁਰੂ ਦੀ ਕਿਰਪਾ ਦੇ ਨਾਲ ਹੀ ਸਾਡੇ ਇਸ ਮਨੁੱਖੀ ਮਨ ਦੇ ਵਿੱਚ ਦੇਵੀ ਗਿਆਨ ਦਾ ਪ੍ਰਕਾਸ਼ ਹੁੰਦਾ ਹੈ। ਪ੍ਰਭੂ ਦਇਆ ਤੇ ਕਮਲ ਵਿਗਾਸ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਉਸ ਵਾਹਿਗੁਰੂ ਦੀ ਦਇਆ ਦੇ ਨਾਲ, ਉਸ ਵਾਹਿਗੁਰੂ ਦੀ ਕਿਰਪਾ ਦੇ ਨਾਲ ਇਹ ਜਿਹੜਾ ਸਾਡਾ ਹਿਰਦਾ ਰੂਪੀ ਕਮਲ ਹੈ, ਇਹ ਵੀ ਖੁਸ਼ੀਆਂ ਤੇ ਖੇੜਿਆਂ ਦੇ ਨਾਲ ਵਿਕਸ ਜਾਂਦਾ ਹੈ। ਭਾਵ ਜੇ ਵਾਹਿਗੁਰੂ ਦੀ ਕਿਰਪਾ ਨਾ ਹੋਵੇ, ਸਾਡਾ ਜਿਹੜਾ ਹਿਰਦਾ ਹੈ ਹਮੇਸ਼ਾ ਲਈ ਉਦਾਸ ਰਹਿੰਦਾ ਹੈ, ਬੰਦ ਹੀ ਰਹਿੰਦਾ ਹੈ, ਮੁਰਝਾਇਆ ਰਹਿੰਦਾ ਹੈ। ਤੇ ਜਦੋਂ ਵਾਹਿਗੁਰੂ ਦੀ ਕਿਰਪਾ ਦੇ ਨਾਲ ਇਹਦੇ ਉੱਤੇ ਗੁਰਮਤਿ ਗਿਆਨ ਦੀਆਂ ਕਿਰਨਾਂ ਪੈ ਜਾਂਦੀਆਂ ਨੇ, ਕਿਉਂਕਿ ਕਮਲ ਇੱਕ ਫੁੱਲ ਹੁੰਦਾ ਹੈ, ਜਿੰਨਾ ਚਿਰ ਤੱਕ ਉਹਦੇ ਉੱਤੇ ਸੂਰਜ ਦੀਆਂ ਕਿਰਨਾਂ ਨਾ ਪੈਣ ਉਹ ਕਦੀ ਖਿੜਦਾ ਹੀ ਨਹੀਂ ਹੈ। ਰਾਤ ਦੇ ਸਮੇਂ ਬੰਦ ਹੋ ਜਾਂਦਾ, ਮੁਰਝਾ ਜਾਂਦਾ। ਇਸੇ ਤਰ੍ਹਾਂ ਮਨੁੱਖ ਦਾ ਹਿਰਦਾ ਵੀ ਕਮਲ ਸਮਾਨ ਹੀ ਹੈ। ਪ੍ਰਭੂ ਦਇਆ ਤੇ ਕਮਲ ਵਿਗਾਸ।
ਜਿੰਨਾ ਚਿਰ ਵਾਹਿਗੁਰੂ ਦੀ ਕਿਰਪਾ ਨਹੀਂ ਹੁੰਦੀ, ਇਹ ਗੁਰਬਾਣੀ ਦੇ ਗਿਆਨ ਦੀਆਂ ਕਿਰਨਾਂ ਸਾਡੇ ਤੇ ਨਹੀਂ ਪੈਂਦੀਆਂ, ਉਹਨਾਂ ਚਿਰ ਸਾਡਾ ਹਿਰਦਾ ਮੁਰਝਾਇਆ ਰਹਿੰਦਾ ਹੈ, ਬੰਦ ਹੀ ਰਹਿੰਦਾ ਹੈ। ਤੇ ਜਦੋਂ ਵਾਹਿਗੁਰੂ ਦੀ ਕਿਰਪਾ ਦੇ ਨਾਲ ਦੇਵੀ ਗਿਆਨ ਦੀਆਂ ਕਿਰਨਾਂ ਸਾਡੇ ਹਿਰਦੇ ਰੂਪੀ ਕਮਲ ਤੇ ਪੈਂਦੀਆਂ ਨੇ, ਇਹ ਵੀ ਖਿੜ ਉੱਠਦਾ ਹੈ। ਪ੍ਰਭ ਸੋ ਪ੍ਰਸੰਨ ਬਸੈ ਮਨ ਸੋਏ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਨ੍ਹਾਂ ਤੇ ਉਹ ਮਾਲਕ ਸੋ ਪ੍ਰਸੰਨ ਦਾ ਅਰਥ ਹੈ ਵੀ ਚੰਗੀ ਤਰ੍ਹਾਂ ਪ੍ਰਸੰਨ ਹੁੰਦਾ ਹੈ। ਜਿਨ੍ਹਾਂ ਤੇ ਵਾਹਿਗੁਰੂ ਚੰਗੀ ਤਰ੍ਹਾਂ ਪ੍ਰਸੰਨ ਹੁੰਦਾ ਹੈ, ਬਸੈ ਮਨ ਸੋਏ, ਫਿਰ ਉਹਨਾਂ ਦੇ ਮਨ ਦੇ ਵਿੱਚ ਵਾਹਿਗੁਰੂ ਦਾ ਨਾਮ ਵਸਦਾ ਹੈ। ਪ੍ਰਭ ਦਇਆ ਤੇ ਮਤ ਊਤਮ ਹੋਏ। ਲੋ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ, ਭਾਈ ਵਾਹਿਗੁਰੂ ਦੀ ਦਇਆ ਦੇ ਨਾਲ ਹੀ ਸਾਡੀ ਜਿਹੜੀ ਮਤ ਹੈ ਉਹ ਵੀ ਉੱਤਮ ਹੁੰਦੀ ਹੈ, ਕਿਉਂਕਿ ਜਿਹੜੀ ਉੱਤਮ ਮਤ ਹੈ ਉਹ ਸਾਨੂੰ ਚੰਗੇ ਪਾਸੇ ਲਾਉਂਦੀ ਹੈ। ਇਸੇ ਲਈ ਇੱਕ ਥਾਂ ਤੇ ਹੋਰ ਸਤਿਗੁਰੂ ਨੇ ਫਰਮਾਇਆ ਹੈ, ਊਤਮ ਮਤ ਮੇਰੇ ਹਿਰਦੈ ਤੂੰ ਆਓ, ਤੇ ਆਵੋ ਗਾਵੋ ਗੁਣ ਗੋਬਿੰਦਾ, ਅਤ ਪ੍ਰੀਤਮ ਮੋਹਿ ਲਾਗੈ ਨਾਓ। ਵਾਹਿਗੁਰੂ ਦੇ ਸਿਮਰਨ ਵਾਲੀ ਮਤ, ਕੀਰਤਨ ਵਾਲੀ ਮਤ ਤੇ ਨਾਮ ਜਪਣ ਵਾਲੀ ਮਤ, ਇਹ ਉੱਤਮ ਮਤ ਹੈ। ਇਸੇ ਲਈ ਤਾਂ ਸਤਿਗੁਰੂ ਨੇ ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸ ਵੀ ਕੀਤੀ ਹੈ, ਸਾ ਮਤ ਦੇਹੋ ਦਇਆਲ ਪ੍ਰਭ, ਜੇ ਤੁਮਹਿ ਹੈ ਆਰਾਧਾ, ਨਾਨਕ ਮੰਗੈ ਦਾਨ ਪ੍ਰਭ ਰੇਣ ਪਗ ਸਾਧਾ। ਹਜ਼ੂਰ ਕਹਿੰਦੇ ਨੇ ਜਿਹੜੀ ਐਸੀ ਉੱਤਮ ਮਤ ਹੈ, ਇਹ ਵੀ ਵਾਹਿਗੁਰੂ ਦੇ ਦਇਆ ਦੇ ਨਾਲ ਹੀ ਪ੍ਰਾਪਤ ਹੁੰਦੀ ਹੈ। ਸਰਬ ਨਿਧਾਨ ਪ੍ਰਭ ਤੇਰੀ ਮਾਇਆ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ, ਭਾਈ ਸਭ ਗੱਲਾਂ ਛੱਡੋ, ਅਖੀਰ ਤੇ ਸਤਿਗੁਰੂ ਮਹਾਰਾਜ ਇਹੀ ਨਿਚੋੜ ਕੱਢਦੇ ਨੇ, ਸਰਬ ਨਿਧਾਨ ਪ੍ਰਭ ਤੇਰੀ ਮਾਇਆ। ਹੈ ਵਾਹਿਗੁਰੂ ਜੀ, ਤੇਰੀ ਮਿਹਰ ਦੇ ਨਾਲ ਹੀ ਸਾਰੇ ਖਜ਼ਾਨੇ ਪ੍ਰਾਪਤ ਹੁੰਦੇ ਨੇ। 9 ਨਿਧੀਆਂ 18 ਸਿੱਧੀਆਂ ਤੇ ਸਾਰੇ ਸੁੱਖਾਂ ਦੇ ਖਜ਼ਾਨੇ ਤੇਰੀ ਕਿਰਪਾ ਦੇ ਨਾਲ ਹੀ ਪ੍ਰਾਪਤ ਹੁੰਦੇ ਹਨ। ਆਪਹੁ ਕਛੂ ਨ ਕਿਨਹੂ ਲਿਆ। ਕਿਉਂਕਿ ਸਤਿਗੁਰੂ ਕਹਿੰਦੇ ਨੇ, ਆਪਹੁ ਕਛੂ ਨ ਕਿਨਹੂ ਲਿਆ, ਆਪਣੇ ਆਪ ਤਾਂ ਕਿਸੇ ਨੇ ਕੁਛ ਲਿਆ ਹੀ ਨਹੀਂ। ਅਸੀਂ ਆਪਣੇ ਆਪ ਕੁਛ ਨਹੀਂ ਲੈ ਸਕਦੇ, ਨਾ ਗਿਆਨ, ਨਾ ਧਿਆਨ, ਨਾ ਕੋਈ ਹੋਰ ਰਿਧੀਆਂ ਸਿੱਧੀਆਂ। ਇਹ ਸਭ ਵਾਹਿਗੁਰੂ ਦੀ ਕਿਰਪਾ ਦੇ ਨਾਲ ਹੀ ਸਭ ਕੁਝ ਪ੍ਰਾਪਤ ਹੋਣ ਵਾਲਾ ਹੈ। ਚਾਹੇ ਦੁਨੀਆ ਦੇ ਵੀ ਪਦਾਰਥ ਨੇ, ਦੁਨੀਆ ਦੇ ਵੀ ਕੋਈ ਸੁੱਖ ਨੇ, ਉਹ ਵੀ ਵਾਹਿਗੁਰੂ ਦੀ ਕਿਰਪਾ ਦੇ ਨਾਲ ਹੀ ਮਿਲਦੇ ਨੇ। ਤੇ ਬਾਕੀ ਭਾਵੇਂ ਕੋਈ ਆਤਮਿਕ ਸੁੱਖ ਨੇ ਤੇ ਚਾਹੇ ਕੋਈ ਹੋਰ ਪਾਰਲੌਕਿਕ ਸੁੱਖ ਨੇ, ਹਜ਼ੂਰ ਕਹਿੰਦੇ ਨੇ ਆਪਣੇ ਆਪ ਤੇ ਕਿਸੇ ਨੇ ਕੁਛ ਲਿਆ ਹੀ ਨਹੀਂ ਹੈ। ਇਸ ਮਨੁੱਖ ਦੇ ਆਪਣੇ ਹੱਥ ਵਾਸਤਾ ਕੁਝ ਹੈ ਹੀ ਨਹੀਂ ਹੈ, ਤੇ ਇਹ ਸਾਰੇ ਖਜ਼ਾਨੇ ਤੇਰੀ ਮਿਹਰ ਦੇ ਨਾਲ ਹੀ ਪ੍ਰਾਪਤ ਹੁੰਦੇ ਹਨ। ਜਿਤ ਜਿਤ ਲਾਭ ਹੋ ਤਿਤ ਲਗਹਿ ਹਰ ਨਾਥ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਹੁਣ ਤਰਸ ਦੇ ਵਿੱਚ ਆ ਕੇ ਕਹਿੰਦੇ ਨੇ, ਹੇ ਵਾਹਿਗੁਰੂ ਜੀ, ਨਾਨਕ ਇਨ ਕੈ ਕਛੂ ਨਾ ਹੱਥ। ਇਹ ਜਿਹੜੇ ਜੀਵ ਨੇ, ਇਹਨਾਂ ਦੇ ਹੱਥ ਵਿੱਚ ਤੇ ਕੁਝ ਵੀ ਨਹੀਂ ਹੈ, ਇਹ ਵਿਚਾਰੇ ਕੁਛ ਵੀ ਕਰਨ ਜੋਗੇ ਨਹੀਂ। ਜਿਤ ਜਿਤ ਲਾਵਹੁ ਤਿਤ ਲਗਹਿ ਹਰ ਨਾਥ। ਹੇ ਸੁਆਮੀ ਵਾਹਿਗੁਰੂ ਜੀ, ਜਿਸ ਜਿਸ ਪਾਸੇ ਤੁਸੀਂ ਇਹਨਾਂ ਨੂੰ ਲਾਉਂਦੇ ਹੋ, ਇਹ ਉਸੇ ਪਾਸੇ ਲੱਗਦੇ ਨੇ। ਇਹਨਾਂ ਦੇ ਆਪਣੇ ਹੱਥ ਵੱਸ ਕੁਝ ਵੀ ਨਹੀਂ ਹੈ। ਆ ਜਿਵੇਂ ਸਾਡੇ ਘਰਾਂ ਦੇ ਵਿੱਚ ਛੋਟੇ ਛੋਟੇ ਬੱਚੇ ਹੁੰਦੇ ਨੇ, ਜਦੋਂ ਹਾਲੇ ਉਹਨਾਂ ਨੂੰ ਬਹੁਤੀ ਸਮਝ ਨਹੀਂ ਹੁੰਦੀ, ਤੇ ਫਿਰ ਆਪਾਂ ਉਹਨਾਂ ਨੂੰ ਚੰਗੀਆਂ ਗੱਲਾਂ ਸਿਖਾਉਂਦੇ ਹਾਂ, ਬਈ ਤੁਸੀਂ ਵੀ ਝੂਠ ਨਹੀਂ ਬੋਲਣਾ, ਤੁਸੀਂ ਚੋਰੀ ਨਹੀਂ ਕਰਨੀ, ਤੁਸੀਂ ਮਾੜਾ ਕੰਮ ਨਹੀਂ ਕਰਨਾ। ਤੇ ਕਈ ਵਾਰੀ ਕਈ ਮਾਤਾ ਪਿਤਾ ਬੱਚਿਆਂ ਦੇ ਬਾਰੇ ਇੰਨੇ ਗੰਭੀਰ ਨਹੀਂ ਹੁੰਦੇ, ਫਿਰ ਬੱਚੇ ਕਈ ਵਾਰੀ ਵਿਗੜਦੇ ਵੀ ਹਨ, ਕਿ ਆਦਤਾਂ ਵੀ ਉਹਨਾਂ ਦੀਆਂ ਵਿਗੜ ਜਾਂਦੀਆਂ ਨੇ। ਪਰ ਛੋਟੇ ਬੱਚੇ ਨੂੰ ਜਿਹੜੇ ਪਾਸੇ ਮਾਤਾ ਪਿਤਾ ਲਾਉਣ, ਉਸ ਪਾਸੇ ਉਹ ਲੱਗਦੇ ਨੇ। ਇਹ ਇੱਕ ਅਟਲ ਸੱਚਾਈ ਹੈ। ਵੱਡੇ ਹੋ ਕੇ ਤਾਂ ਆਪਣੀ ਮਰਜ਼ੀ ਨਾਲ ਉਹ ਕੰਮ ਕਰਦੇ ਨੇ, ਪਰ ਛੋਟੇ ਬੱਚਿਆਂ ਨੂੰ ਜਿੱਥੇ ਜਿੱਥੇ ਤੁਸੀਂ ਆਖੋ ਨਾ ਤੁਸੀਂ ਆਹ ਕੰਮ ਕਰੋ, ਤੇ ਉਹ ਉਸੇ ਪਾਸੇ ਲੱਗਦੇ ਹਨ। ਇਸੇ ਤਰ੍ਹਾਂ ਸਤਿਗੁਰੂ ਕਹਿੰਦੇ ਨੇ, ਹੇ ਵਾਹਿਗੁਰੂ ਜੀ, ਇਹ ਜਿਹੜੇ ਮਨੁੱਖ ਨੇ, ਇਹ ਵੀ ਨਾਦਾਨ ਨੇ, ਇਹ ਵੀ ਇਹ ਆਣੇ ਨੇ, ਇਹ ਵੀ ਛੋਟੇ ਮਾਸੂਮ ਬੱਚਿਆਂ ਵਾਂਗ ਨੇ, ਇਹਨਾਂ ਨੂੰ ਇੰਨੀ ਸਮਝ ਨਹੀਂ ਹੈ। ਜਿਤ ਜਿਤ ਲਾਵੋ ਤਿਤ ਲਗਹਿ ਹਰ ਨਾਥ। ਹੇ ਸੁਆਮੀ ਵਾਹਿਗੁਰੂ ਜੀ, ਜਿਸ ਜਿਸ ਪਾਸੇ ਤੁਸੀਂ ਇਹਨਾਂ ਨੂੰ ਲਾਉਂਦੇ ਹੋ, ਇਹ ਉਸੇ ਪਾਸੇ ਲੱਗਦੇ ਨੇ। ਨਾਨਕ ਇਨ ਕੈ ਕਛੂ ਨਾ ਹਾਥ। ਸੱਚੇ ਪਾਤਸ਼ਾਹ, ਇਹਨਾਂ ਵਿਚਾਰਿਆਂ ਦੇ ਆਪਣੇ ਹੱਥ ਵਾਸਤਾ ਕੁਝ ਹੈ ਹੀ ਨਹੀਂ। ਜਿਵੇਂ ਛੋਟੇ ਬੱਚਿਆਂ ਨੂੰ ਮਾਤਾ ਪਿਤਾ ਦੀ ਹੀ ਸਿੱਖਿਆ ਹੁੰਦੀ ਹੈ, ਜਿਸ ਪਾਸੇ ਉਹ ਲਾਉਣਾ ਚਾਹੁੰਦੇ ਨੇ, ਛੋਟੇ ਬੱਚੇ ਉਸੇ ਪਾਸੇ ਲੱਗ ਜਾਂਦੇ ਨੇ। ਇਸੇ ਲਈ ਤਾਂ ਜੇ ਕੋਈ ਬੱਚਿਆਂ ਨੂੰ ਬੁਰੀਆਂ ਆਦਤਾਂ ਪਾਵੇ, ਅਸੀਂ ਉਸ ਦੇ ਨਾਲ ਗੁੱਸੇ ਹੋ ਜਾਂਦੇ ਹਾਂ, ਵੀ ਤੂੰ ਬੱਚਿਆਂ ਨੂੰ ਗਲਤ ਕੰਮ ਕਿਉਂ ਸਿਖਾਉਣਾ।
ਤੇ ਬੱਚਿਆਂ ਦੇ ਸੁਭਾਅ ਬੜੇ ਕੋਮਲ ਹੁੰਦੇ ਨੇ। ਜਿਵੇਂ ਆਮ ਸਿਆਣੇ ਪੁਰਸ਼ਾਂ ਨੇ ਆਖਿਆ ਹੈ ਵੀ ਜਿਹੜੇ ਛੋਟੇ ਬੱਚੇ ਹੁੰਦੇ ਨੇ ਵੀ ਉਹਨਾਂ ਦਾ ਜਿਹੜਾ ਦਿਲ ਦਿਮਾਗ ਹੈ ਕੱਚੇ ਦੁੱਧ ਵਾਂਗ ਹੁੰਦਾ। ਹੁਣ ਜਿਵੇਂ ਕੱਚਾ ਦੁੱਧ ਹੋਵੇ ਤੇ ਹੁਣ ਉਸ ਨੂੰ ਚਾਹੇ ਉਸ ਤੋਂ ਕੁਝ ਵੀ ਆਪਾਂ ਤਿਆਰ ਕਰ ਸਕਦੇ ਹਾਂ। ਕੱਚੇ ਦੁੱਧ ਤੋਂ ਪਨੀਰ ਵੀ ਬਣ ਸਕਦਾ ਹੈ, ਦਹੀਂ ਵੀ ਬਣ ਸਕਦਾ ਹੈ, ਕੋਈ ਹੋਰ ਤੁਸੀਂ ਕੋਈ ਮਠਿਆਈ ਬਣਾਉਣੀ ਉਹ ਵੀ ਬਣ ਸਕਦੀ ਹੈ। ਬੱਚੇ ਤਾਂ ਬਸ ਕੱਚੇ ਦੁੱਧ ਵਾਂਗ ਹੀ ਹੁੰਦੇ ਨੇ। ਇਸੇ ਲਈ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਜਿਹੜੇ ਜੀਵ ਨੇ ਇਹ ਵੀ ਬੱਚਿਆਂ ਵਾਂਗੂ ਨੇ ਤੇ ਜਿਸ ਜਿਸ ਪਾਸੇ ਮਹਾਰਾਜ ਤੁਸੀਂ ਇਹਨਾਂ ਨੂੰ ਲਾਉਂਦੇ ਹੋ ਉਸੇ ਪਾਸੇ ਲੱਗਦੇ ਨੇ। ਨਾਨਕ ਇਨ ਕੈ ਕਛੂ ਨਾ ਹੱਥ, ਮਹਾਰਾਜ ਇਹਨਾਂ ਦੇ ਆਪਣੇ ਹੱਥ ਵਾਸਤੇ ਕੁਝ ਵੀ ਨਹੀਂ ਹੈ। ਸਾਹਿਬ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਮਹਾਰਾਜ ਨੇ ਮਹਾਨ ਬਖਸ਼ਿਸ਼ ਕੀਤੀ, ਸਾਨੂੰ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕੀਤੇ ਹਨ ਤੇ ਉਸ ਅਕਾਲ ਪੁਰਖ ਵਾਹਿਗੁਰੂ ਦੇ ਪਰਉਪਕਾਰ ਸਾਨੂੰ ਯਾਦ ਕਰਵਾਏ ਨੇ। ਆਪਾਂ ਇਸ ਪਰਉਪਕਾਰਾਂ ਨੂੰ ਹਮੇਸ਼ਾ ਲਈ ਯਾਦ ਰੱਖਣਾ। ਕੋਈ ਵੀ ਦਾਤ ਨੂੰ ਵੇਖ ਕੇ ਅਸੀਂ ਦਾਤ ਦੇ ਨਾਲ ਪਿਆਰ ਨਹੀਂ ਕਰਨਾ, ਬਲਕਿ ਦਾਤੇ ਨੂੰ ਯਾਦ ਕਰਨਾ। ਇਹ ਸਿੱਖਿਆ ਸਤਿਗੁਰੂ ਨੇ ਸਾਨੂੰ ਬਖਸ਼ੀ ਹੈ। ਦਾਤ ਨੂੰ ਵੇਖ ਕੇ ਦਾਤੇ ਦੀ ਯਾਦ ਆਉਣੀ ਚਾਹੀਦੀ ਹੈ ਤੇ ਫਿਰ ਉਸ ਦਾਤ ਦਾ ਅਸੀਂ ਸਹੀ ਇਸਤੇਮਾਲ ਕਰ ਸਕਦੇ ਹਾਂ। ਜਿਹੜਾ ਮਨੁੱਖ ਦਾਤੇ ਨੂੰ ਭੁੱਲ ਜਾਵੇ, ਦਾਤਾ ਨਾਲ ਪਿਆਰ ਕਰਨ ਲੱਗ ਪਵੇ ਤੇ ਫਿਰ ਉਹ ਸਮਝ ਲਓ ਜਿਵੇਂ ਕੋਈ ਬੱਚਾ ਆਪਣੇ ਮਾਤਾ ਪਿਤਾ ਤੋਂ ਸੁੱਖ ਸਹੂਲਤਾਂ ਲੈ ਕੇ ਤੇ ਮਾਤਾ ਪਿਤਾ ਨੂੰ ਭੁੱਲ ਜਾਵੇ ਤੇ ਫਿਰ ਉਹਦੀ ਖੈਰ ਨਹੀਂ ਹੁੰਦੀ, ਉਹ ਜ਼ਿੰਦਗੀ ਵਿੱਚ ਕਦੇ ਸੁੱਖ ਨਹੀਂ ਮਾਣ ਸਕਦਾ। ਇਹ ਸਿੱਖਿਆ ਸਤਿਗੁਰੂ ਨੇ ਸਾਨੂੰ ਬਖਸ਼ੀ ਹੈ। ਸਤਿਗੁਰੂ ਮਿਹਰ ਕਰਨ ਇਹ ਸਾਡੇ ਹਿਰਦੇ ਵਿੱਚ ਵਸੇ, ਇਹਦੇ ਨਾਲ ਸਾਡੇ ਜੀਵਨ ਦੀ ਸਫਲਤਾ ਹੋਵੇਗੀ। ਸੋ ਸਭ ਸੰਗਤਾਂ ਦਾ ਹਾਰਦਿਕ ਧੰਨਵਾਦ। ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ। ਜਿਤ ਜਿਤ ਲਾਵਹੁ ਤਿਤ ਲਗਹਿ ਹਰ ਨਾਥ, ਨਾਨਕ ਇਨ ਕੈ ਕਛੂ ਨਾ ਹਾਥ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।